ਹੈਲੋ ਸਟੂਡੈਂਟਸ, ਵੈਲਕਮ ਟੂ ਓਰੀਜਨ ਇੰਸਟੀਚਿਊਟ। ਸੋ ਅੱਜ ਆਪਾਂ ਗੱਲ ਕਰਨ ਵਾਲੇ ਹਾਂ એનર્ਜੀ ਸਟੋਰਡ ਇਨ ਕੈਪੈਸੀਟਰ ਦੀ। ਸੋ એનર્ਜੀ ਸਟੋਰਡ ਇਨ ਕੈਪੈਸੀਟਰ ਤੋਂ ਪਹਿਲਾਂ ਆਪਾਂ ਨੂੰ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ ਕਿ ਐਕਚੁਅਲ ਦੇ ਵਿੱਚ ਕੈਪੈਸੀਟਰ ਹੁੰਦਾ ਕੀ ਹੈ। ਲਾਸਟ ਵਾਲੇ ਲੈਕਚਰ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਕੈਪੈਸੀਟਰ ਕੀ ਚੀਜ਼ ਸੀਗੀ। ਆਪਣੇ ਕੋਲ ਇੱਕ ਤਰ੍ਹਾਂ ਦਾ ਸਿਸਟਮ ਹੁੰਦਾ ਜਿਹਦੇ ਵਿੱਚ ਆਪਣੇ ਕੋਲ ਆਪਾਂ ਕੀ ਕਰਦੇ ਹਾਂ, ਪਲੇਟਸ ਨੂੰ ਇੱਦਾਂ ਅਰੇਂਜ ਕਰਦੇ ਹਾਂ ਸੋ ਦੈਟ ਜ਼ਿਆਦਾ ਤੋਂ ਜ਼ਿਆਦਾ ਇਲੈਕਟ੍ਰੀਕਲ એનર્ਜੀ ਆਪਾਂ ਸਮੋਲ ਸਪੇਸ ਦੇ ਵਿੱਚ ਕੀ ਕਰ ਸਕੀਏ, ਸਟੋਰ ਕਰ ਸਕੀਏ। ਸੋ એનર્ਜੀ, ਇਲੈਕਟ੍ਰੀਕਲ એનર્ਜੀ ਨੂੰ ਸਟੋਰ ਕਰਨ ਲਈ ਜੋ ਆਪਣੇ ਕੋਲ ਆਪਾਂ ਸਿਸਟਮ ਜਾਂ ਅਰੇਂਜਮੈਂਟ ਕਰਦੇ ਹਾਂ ਉਹਨੂੰ ਆਪਣੇ ਕੋਲ ਕੀ ਬੋਲਦੇ ਨੇ, ਆਪਾਂ ਇਲੈਕਟ੍ਰੀਕਲ ਕੈਪੈਸੀਟਰ ਬੋਲਦੇ ਨੇ। ਸੋ ਉਹਦੇ ਵਿੱਚ એનર્ਜੀ ਆਪਣੇ ਕੋਲ ਕਿੰਨਾ ਸਟੋਰ ਹੁੰਦੀ ਹੈ, ਜਿਹੜੀ એનર્ਜੀ ਸਟੋਰ ਹੁੰਦੀ ਹੈ ਉਹ ਕਿੰਨੀ એનર્ਜੀ ਸਟੋਰ ਹੁੰਦੀ ਹੈ, ਉਹਦੀ ਆਪਣੇ ਕੋਲ ਆਪਾਂ ਗੱਲ ਕਰਨ ਲੱਗੇ ਹਾਂ। ਸਪੋਜ਼ ਆਪਣੇ ਕੋਲ ਕੀ ਹੈ, ਇਦਾਂ ਦਾ ਅਰੇਂਜਮੈਂਟ ਆਪਾਂ ਕੰਸੀਡਰ ਕਰਿਆ ਜਿਹਦੇ ਵਿੱਚ ਦੋ ਕੰਡਕਟਿੰਗ ਪਲੇਟਸ ਹੈ, ਇੱਕ ਪਲੇਟ ਏ ਹੈ ਐਂਡ ਇੱਕ ਪਲੇਟ ਕੀ ਹੈਗੀ ਆਪਣੇ ਕੋਲ ਬੀ। ਇਨੀਸ਼ੀਅਲੀ ਦੋਨੋਂ ਪਲੇਟਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਚਾਰਜ ਆਪਣੇ ਕੋਲ ਐਗਜ਼ਿਸਟ ਨਹੀਂ ਕਰਦਾ। ਸਪੋਜ਼ ਆਪਣੇ ਕੋਲ ਆਪਾਂ ਕੀ ਕਰਦੇ ਹਾਂ, ਪਲੇਟ ਏ ਦੇ ਉੱਪਰ ਪੋਜ਼ਿਟਿਵ ਚਾਰਜ ਜਿਹੜਾ ਹੈਗਾ ਇਹਨੂੰ ਦੇਣਾ ਸ਼ੁਰੂ ਕਰਦੇ ਹਾਂ। ਸੋ ਜਦੋਂ ਇਹਦੇ ਉੱਪਰ ਆਪਣੇ ਕੋਲ ਆਪਾਂ ਪੋਜ਼ਿਟਿਵ ਚਾਰਜ ਦੇਣਾ ਸ਼ੁਰੂ ਕਰਾਂਗੇ, ਇਹਨੂੰ ਮਤਲਬ ਇਹਨੂੰ ਆਪਣੇ ਕੋਲ ਕੀ ਆਪਾਂ ਪੋਜ਼ਿਟਿਵ ਪੋਟੈਂਸ਼ੀਅਲ ਨਾਲ ਕੀ ਕਰਾਂਗੇ, ਕਨੈਕਟ ਕਰਾਂਗੇ। ਸੋ ਇਹਦੇ ਤੋਂ ਚਾਰਜ ਆਪਣੇ ਕੋਲ ਕੀ ਹੋਊਗਾ, ਦੂਸਰੀ ਪਲੇਟ ਦੇ ਉੱਪਰ ਕੀ ਕਰਨਾ ਸ਼ੁਰੂ ਹੋ ਜਾਊਗਾ, ਆਪਣੇ ਕੋਲ ਮੂਵ ਕਰਨਾ ਸ਼ੁਰੂ ਹੋ ਜਾਊਗਾ। ਡਿਊ ਟੂ ਚਾਰਜ ਕੰਜ਼ਰਵੇਸ਼ਨ ਦੂਸਰੀ ਪਲੇਟ ਦੇ ਉੱਪਰ ਆਪਣੇ ਕੋਲ ਨੈਗੇਟਿਵ ਚਾਰਜ ਅਪੀਅਰ ਹੋਣਾ ਸ਼ੁਰੂ ਹੋ ਜਾਊਗਾ। ਕਲੀਅਰ ਹੋ ਗਈ ਜੀ। ਸੋ ਡਿਊ ਟੂ ਚਾਰਜ ਕੰਜ਼ਰਵੇਸ਼ਨ ਦੂਸਰੀ ਪਲੇਟ ਦੇ ਉੱਪਰ ਆਪਣੇ ਕੋਲ ਕੀ ਆ ਰਿਹਾ, ਨੈਗੇਟਿਵ ਚਾਰਜ ਜਿਹੜਾ ਹੈਗਾ ਆ ਰਿਹਾ। ਸਪੋਜ਼ ਜੋ ਆਪਣੇ ਕੋਲ ਆਪਾਂ ਪਲੇਟ ਏ ਨੂੰ ਚਾਰਜ ਦੇ ਰਹੇ ਹਾਂ, ਉਦਾਂ ਹੀ ਆਪਣੇ ਕੋਲ ਚਾਰਜ ਜਿਹੜਾ ਹੈਗਾ ਪਲੇਟ ਬੀ ਵੱਲ ਕੀ ਕਰ ਰਿਹਾ, ਮੂਵ ਕਰ ਰਿਹਾ। ਸਮੋਲ ਇੰਸਟਾਲਮੈਂਟਸ ਡੀ ਕਿਊ ਇੰਸਟਾਲਮੈਂਟਸ ਦੇ ਵਿੱਚ ਕੀ ਹੈ, ਮੂਵ ਕਰ ਰਿਹਾ। ਕਲੀਅਰ ਹੋ ਗਿਆ। ਸੋ ਪੋਜ਼ਿਟਿਵ ਟੂ ਨੈਗੇਟਿਵ ਆਪਣੇ ਕੋਲ ਇਲੈਕਟ੍ਰਿਕ ਫੀਲਡ ਕੀ ਕਰੂਗਾ, ਐਗਜ਼ਿਸਟ ਕਰੂਗਾ। ਹੁਣ ਦੇਖੋ ਆਪਣੇ ਕੋਲ ਆਪਾਂ ਲਗਾਤਾਰ ਕੀ ਕਰਾਂਗੇ, ਡੀ ਕਿਊ ਇੰਸਟਾਲਮੈਂਟਸ ਵਿੱਚ ਪਲੇਟ ਏ ਤੋਂ ਪਲੇਟ ਬੀ ਵੱਲ ਚਾਰਜ ਕੀ ਕਰਵਾਵਾਂਗੇ, ਫਲੋ ਕਰਵਾਵਾਂਗੇ ਜਦੋਂ ਤੱਕ ਆਪਣੇ ਕੋਲ ਪਲੇਟ ਏ ਜਿਹੜੀ ਹੈਗੀ ਹੈ ਪਲੱਸ ਕਿਊ ਚਾਰਜ ਐਕਵਾਇਰ ਨਹੀਂ ਕਰ ਲੈਂਦੀ ਐਂਡ ਪਲੇਟ ਬੀ ਜਿਹੜੀ ਹੈਗੀ ਉਹ ਮਾਈਨਸ ਕਿਊ ਚਾਰਜ ਜਿਹੜਾ ਹੈਗਾ ਐਕਵਾਇਰ ਨਹੀਂ ਕਰ ਲੈਂਦੀ। ਪਲੱਸ ਕਿਊ ਐਂਡ ਮਾਈਨਸ ਕਿਊ ਕੀ ਹੈਗੀ, ਇਹਨਾਂ ਦੀ ਮੈਕਸਿਮਮ ਪੋਟੈਂਸ਼ੀਅਲ ਆ ਜਾਂਦੀ ਹੈ ਜੋ ਕਿ ਹੋਗੀ ਆਪਣੇ ਕੋਲ ਕੈਪੈਸਿਟੀ ਆ ਜਾਏਗੀ ਆਪਣੀ ਕੈਪੈਸੀਟਰ ਦੀ। ਆਲਰੇਡੀ ਆਪਾਂ ਲਾਸਟ ਲੈਕਚਰ ਦੇ ਵਿੱਚ ਪੜ੍ਹਿਆ ਸੀ। ਕਲੀਅਰ ਹੋ ਗਈ ਚੀਜ਼। ਸੋ ਹੁਣ ਦੇਖੋ ਕਿਉਂਕਿ ਆਪਣੇ ਕੋਲ ਆਪਾਂ ਕੀ ਕਰ ਰਹੇ ਹਾਂ, ਚਾਰਜ ਨੂੰ ਪਲੇਟ ਏ ਤੋਂ ਪਲੇਟ ਬੀ ਵੱਲ ਕੀ ਕਰਵਾ ਰਹੇ ਹਾਂ, ਮੂਵ ਕਰਵਾ ਰਹੇ ਹਾਂ। ਇਹਦਾ ਮਤਲਬ ਕੀ ਹੈਗਾ, ਆਪਣੇ ਕੋਲ ਪਲੇਟ ਏ ਕੀ ਹੈਗੀ ਹਮੇਸ਼ਾ ਹਾਇਰ ਪੋਟੈਂਸ਼ੀਅਲ ਦੇ ਉੱਪਰ ਹੈਗੀ ਐਂਡ ਪਲੇਟ ਬੀ ਜੋ ਹੈਗੀ ਆਪਣੇ ਕੋਲ ਹਮੇਸ਼ਾ ਕੀ ਰਹੂਗੀ, ਲੋਅਰ ਪੋਟੈਂਸ਼ੀਅਲ ਦੇ ਉੱਪਰ ਰਹੂ। ਸੋ ਦੋਨਾਂ ਦੇ ਵਿਚਕਾਰ ਕੋਈ ਨਾ ਕੋਈ ਪੋਟੈਂਸ਼ੀਅਲ ਡਿਫਰੈਂਸ ਕੀ ਕਰੂਗਾ, ਆਪਣੇ ਕੋਲ ਐਗਜ਼ਿਸਟ ਕਰੂਗਾ। ਸਭ ਤੋਂ ਪਹਿਲਾਂ ਉਸੇ ਪੋਟੈਂਸ਼ੀਅਲ ਡਿਫਰੈਂਸ ਦੀ ਆਪਾਂ ਕੀ ਕਰਦੇ ਹਾਂ, ਗੱਲ ਕਰਦੇ ਹਾਂ। ਸੋ ਪੋਟੈਂਸ਼ੀਅਲ ਡਿਫਰੈਂਸ between plate A and plate B is given by, देखो सिंपल जी, कैपेसिटेंस ਤੁਹਾਨੂੰ ਪਤਾ ਹੈ कैपेसिटी ਕਿਹਦੇ ਕੋਲ ਹੁੰਦੀ ਹੈ, ਚਾਰਜ ਪਰ ਕੀ ਹੁੰਦਾ ਆਪਣੇ ਕੋਲ, पोटेंशियल। ਹੁਣ ਦੇਖੋ अगर अपने को आप पोटेंशियल की गल करेंगे सो पोटेंशियल इधर लाइयो, पोटेंशियल इज इक्वल टू की आ जाएगा चार्ज अपॉन की आ जाएगा अपने को कैपेसिटेंस। सो ਇਹਦੇ ਵਿੱਚ ਆਪਣੇ ਕੋਲ ਪਲੇਟ ਏ ਤੇ ਪਲੇਟ ਬੀ ਦੇ ਵਿਚਕਾਰ ਪੋਟੈਂਸ਼ੀਅਲ ਐਗਜ਼ਿਸਟ ਕਰਦੀ ਹੈ, ਉਹਦੀ ਆਪਣੇ ਕੋਲ ਆਪਾਂ ਗੱਲ ਕਰ ਰਹੇ ਹਾਂ। ਸੋ ਉਹ ਵਾਲੀ ਪੋਟੈਂਸ਼ੀਅਲ ਆਪਣੇ ਕੋਲ ਕਿਹਦੇ ਇਕੁਅਲ ਆ ਜਾਏਗੀ, ਚਾਰਜ। ਕਿੰਨਾ ਚਾਰਜ ਜੋ ਆਪਣੇ ਕੋਲ ਕੀ ਆਪਾਂ ਦੇ ਰਹੇ, ਕਿਉਂ ਅਪॉन ਕੀ ਆ ਜਾਏਗਾ ਆਪਣੇ ਕੋਲ, कैपेसिटेंस। ਕਲੀਅਰ ਹੋ ਗਈ ਚੀਜ਼। ਸੋ ਕਿਉਂ ਸੀ ਕੀ ਹੈਗੀ ਆਪਣੇ ਕੋਲ, कैपेसिटी ਆ ਜਾਂਦੀ ਆਪਣੇ ਕੋਲ कैपेसिटर ਦੀ, ਆਪਣੀ ਸੀ ਕੀ ਹੈਗੀ ਆਪਣੀ कैपेसिटी है एंड क्यों किएगा अपने को चार्ज एट एनी स्टेज मतलब की हैगा अपने को जो आप डी क्यू चार्ज दी इंस्टॉलमेंट्स है प्लस क्यू तो माइनस सॉरी डी क्यू चार्ज दी इंस्टॉलमेंट्स अपने को प्लेट ए तो प्लेट बी वाल की करवा रहे हैं आप फ्लो करवा रहे। उस टाइम किसी भी इंस्टेंट के उपर अपने को प्लेट ए के उपर चार्ज कितना है, क्यू एंड प्लेट बी के उपर भी चार्ज कितना है अपने को, क्यू है। ये आप कंसीडर करें नाउ क्योंकि अपने को आप स्मॉल इंस्टॉलमेंट्स डी क्यू के चार्ज ਨੂੰ प्लेट ए तो प्लेट बी वाल की करवा रहे हैं, मूव करवा रहे हैं। सो स्मॉल अमाउंट ऑफ वर्क डन की आप गल करते हैं, प्लेट ए तो प्लेट बी वाल चार्ज मूव करवाने के लगेगा। सो उस स्मॉल इंस्टॉलमेंट्स की स्मॉल वर्क डन की अपने को आप गल करते हैं। सो स्मॉल अमाउंट ऑफ वर्क डन टू मूव चार्ज dq from plate A to plate B is given by, ਹੁਣ देखो
ਜੋ ਸਮੋਲ ਅਮਾਉਂਟ ਆਫ ਵਰਕ ਡਨ ਲੱਗੇਗੀ ਆਪਣੇ ਕੋਲ ਡੀ ਕਿਊ ਚਾਰਜ ਨੂੰ ਪਲੇਟ A ਤੋਂ ਪਲੇਟ B ਵੱਲ ਮੂਵ ਕਰਾਉਣ ਵਾਸਤੇ, ਉਹ ਕਿਹਦੇ ਕੋਲ ਹੋਏਗੀ, ਉਹਨੂੰ ਆਪਣੇ ਕੋਲ ਆਪਾਂ ਲਿਖਣ ਲੱਗੇ। ਸੋ ਤੁਹਾਨੂੰ ਪਤਾ ਪੋਟੈਂਸ਼ੀਅਲ ਇਜ਼ ਇਕੁਅਲ ਟੂ ਕੀ ਹੁੰਦਾ, ਵਰਕ ਡਨ ਅਪੋਨ ਚਾਰਜ। 10th ਕਲਾਸ ਤੋਂ ਡੈਫੀਨੇਸ਼ਨ ਪੜ੍ਹਦੇ ਆ ਰਹੇ ਹਾਂ ਤੁਸੀਂ। ਇਹ ਤੋਂ ਆਪਣੇ ਕੋਲ ਆਪਾਂ ਵਰਕ ਡਨ ਕੈਲਕੂਲੇਟ ਕਰਨਾ, ਵਰਕ ਡਨ ਇਜ਼ ਇਕੁਅਲ ਟੂ ਕੀ ਆ ਜਾਏਗਾ, ਪੋਟੈਂਸ਼ੀਅਲ ਇਨਟੂ ਕੀ ਆ ਜਾਏਗਾ, ਚਾਰਜ। ਸੋ ਸਮੋਲ ਅਮਾਊਂਟ ਆਫ ਜਿਹੜਾ ਹੈਗਾ ਵਰਕ ਡਨ ਦੀ ਗੱਲ ਕਰ ਰਹੇ, ਸੋ ਉਹਦੇ ਵਾਸਤੇ ਮੈਂ ਕੀ ਲੈ ਰਿਹਾ, DW। ਡੀ ਦਾ ਮਤਲਬ ਕੀ ਹੁੰਦਾ ਆਪਣੇ ਕੋਲ, ਚੇਂਜ। ਸੋ ਸਮੋਲ ਆਪਣੇ ਕੋਲ ਵਰਕ ਡਨ ਇਜ਼ ਇਕੁਅਲ ਟੂ ਕੀ ਆ ਗਿਆ, ਪੋਟੈਂਸ਼ੀਅਲ। ਪੋਟੈਂਸ਼ੀਅਲ ਕਿੰਨੀ ਹੈਗੀ ਆਪਣੀ, Q/C ਇਨਟੂ ਚਾਰਜ। ਚਾਰਜ ਕਿਹੜਾ ਫਲੋ ਕਰਵਾ ਰਹੇ ਆਪਣੇ ਕੋਲ, DQ, ਸਮੋਲ ਇੰਸਟਾਲਮੈਂਟਸ ਵਿੱਚ ਆਪਣੇ ਕੋਲ ਫਲੋ ਕਰਵਾ ਰਹੇ। ਸੋ DQ ਇਹ ਕੀ ਆ ਗਿਆ ਆਪਣੇ ਕੋਲ, ਸਮੋਲ ਅਮਾਊਂਟ ਆਫ ਵਰਕ ਡਨ ਆ ਗਿਆ ਕਿਸੇ ਵੀ ਇਨਸਟੈਂਟ ਦੇ ਉੱਪਰ, ਜਦੋਂ ਚਾਰਜ Q ਨੂੰ ਆਪਣੇ ਕੋਲ ਆਪਾਂ ਪਲੇਟ A ਤੋਂ ਪਲੇਟ B ਵੱਲ ਕੀ ਕਰਵਾ ਚੁੱਕੇ, ਮੂਵ ਕਰਵਾ ਚੁੱਕੇ। ਹੁਣ ਸਪੋਜ਼ ਆਪਣੇ ਕੋਲ ਆਪਾਂ ਕੀ ਕਰਦੇ ਹਾਂ, ਲਗਾਤਾਰ ਜਿਹੜਾ ਹੈਗਾ Q ਚਾਰਜ ਜਿਹੜਾ ਹੈਗਾ ਪਾਸ ਕਰ ਰਹੇ ਹਾਂ ਪਲੇਟ A ਨੂੰ, ਜੋ ਤੱਕ ਉਹ ਆਪਣੇ ਕੋਲ ਕੀ ਹੈ, ਮੈਕਸਿਮਮ ਜਿਹੜਾ ਹੈਗਾ ਆਪਣੇ ਕੋਲ ਚਾਰਜ ਅਚੀਵ ਨਹੀਂ ਕਰ ਲੈਂਦੀ, ਜਿਹਨੂੰ ਆਪਣੇ ਕੋਲ ਕੀ ਬੋਲਦੇ ਨੇ ਆਪਾਂ, ਕਪੈਸਿਟੀ ਬੋਲਦੇ ਨੇ ਆਪਣੇ ਕਪੈਸਿਟਰ ਦੀ। ਸੋ ਟੋਟਲ ਵਰਕ ਡਨ ਜੋ ਆਪਣੇ ਕੋਲ ਲੱਗੂਗਾ ਚਾਰਜ ਨੂੰ ਪਲੇਟ A ਤੋਂ ਪਲੇਟ B ਤੱਕ ਮੂਵ ਕਰਾਉਣ ਵਾਸਤੇ, ਜੋ ਤੱਕ ਆਪਣੇ ਕੋਲ ਪਲੇਟ A ਪਲੱਸ Q ਚਾਰਜ ਜਿਹੜਾ ਹੈਗਾ ਅਚੀਵ ਨਹੀਂ ਕਰ ਲੈਂਦੀ, ਐਂਡ ਪਲੇਟ B ਮਾਈਨਸ Q ਚਾਰਜ ਆਪਣੇ ਕੋਲ ਕੀ ਹੈ, ਅਚੀਵ ਨਹੀਂ ਕਰ ਲੈਂਦੀ, ਉਹਦੇ ਵਾਸਤੇ ਆਪਣੇ ਕੋਲ ਆਪਾਂ ਗੱਲ ਕਰ। ਸੋ ਟੋਟਲ ਵਰਕ ਡਨ ਨੂੰ ਕੈਲਕੂਲੇਟ ਕਰਨ ਵਾਸਤੇ ਸਮੋਲ ਵਰਕ ਡਨ ਸੀਗਾ, ਇਹਦੀ ਇੰਟੀਗ੍ਰੇਸ਼ਨ ਕਰ ਦਿਓ। ਸੋ ਕੀ ਆ ਜਾਏਗਾ, ਵਰਕ ਡਨ ਇੰਟੀਗ੍ਰੇਸ਼ਨ Q/C DQ। ਔਰ ਲਿਮਿਟਸ ਦੀ ਗੱਲ ਕਰੀਏ, ਜਿੱਥੇ Q ਦੀ ਵੈਲਿਊ ਆਪਣੇ ਕੋਲ ਕੀ ਕਰ ਰਹੀ ਹੈ, ਵੇਰੀ ਕਰ ਰਹੀ ਹੈ ਫਰੋਮ 0, ਜਦੋਂ ਚਾਰਜ ਆਪਣੇ ਕੋਲ ਕੀ ਹੈ, ਕਿਸੇ ਵੀ ਤਰ੍ਹਾਂ ਦਾ ਐਗਜ਼ਿਸਟ ਨਹੀਂ ਕਰਦਾ ਸੀਗਾ, ਟੂ ਪਲੱਸ Q ਜਾਂ Q ਮੈਕਸਿਮਮ ਚਾਰਜ ਜਦੋਂ ਤੱਕ ਆਪਣੇ ਕੋਲ ਕੀ ਆਣਗੇ ਪਲੇਟਸ ਦੇ ਉੱਪਰ, ਇਧਰ ਆਪਣੇ ਕੋਲ ਪਲੱਸ Q, ਇਧਰ ਆਪਣੇ ਕੋਲ ਮਾਈਨਸ Q। ਸੋ ਕੀ ਹੋ ਜਾਏਗਾ ਆਪਣੇ ਕੋਲ, ਟੋਟਲ ਵਰਕ ਡਨ ਹੋ ਜਾਏਗਾ। ਹੁਣ ਇਹ 'ਚ ਜੋ ਚੀਜ਼ ਆਪਣੇ ਕੋਲ ਕਾਂਸਟੈਂਟ ਹੈਗੀ ਉਹਨੂੰ ਬਾਹਰ ਕੱਢ ਲਓ। ਸੋ ਕਪੈਸਿਟੈਂਸ ਆਪਣੇ ਕੋਲ ਕਾਂਸਟੈਂਟ ਹੈਗਾ, ਇਹਨੂੰ ਬਾਹਰ ਕੱਢ ਲਿਆ ਆਪਣੇ ਕੋਲ, ਰਹਿ ਕੀ ਗਿਆ ਇੰਟੀਗ੍ਰੇਸ਼ਨ ਲਿਮਿਟਸ Q ਇਜ਼ ਇਕਲ ਟੂ 0 ਟੂ Q ਇਜ਼ ਇਕਲ ਟੂ Q DQ। ਹੁਣ ਦੇਖੋ Q ਦੀ ਇੰਟੀਗ੍ਰੇਸ਼ਨ ਕਰ ਰਹੇ ਹਾਂ ਵਿਦ ਰਿਸਪੈਕਟ ਟੂ DQ, ਕੀ ਕਰੀਦਾ ਆਪਣੇ ਕੋਲ, ਪਾਵਰ ਇੱਕ ਇਨਕਰੀਜ਼ ਕਰ ਦੋ, ਉਹਦੇ ਨਾਲ ਡਿਵਾਈਡ ਕਰ ਦੋ। ਸੋ 1/C Q ਸਕੇਅਰ ਬਾਈ ਕੀ ਆ ਗਿਆ ਆਪਣੇ ਕੋਲ 2, ਲਿਮਿਟਸ ਪੁੱਟ ਕਰੋਗੇ, ਲਿਮਿਟਸ ਕੀ ਹੈਗੀਆਂ ਆਪਣੇ ਕੋਲ, Q ਇਜ਼ ਇਕਲ ਟੂ 0 ਟੂ Q ਇਜ਼ ਇਕਲ ਟੂ Q। ਹਾਇਰ ਲਿਮਿਟ ਚੋਂ ਲੋਅਰ ਲਿਮਿਟ ਕੀ ਕਰੋਗੇ, ਮਾਈਨਸ ਕਰੋਗੇ, ਕੀ ਆ ਜਾਊਗਾ 1/C ਇੰਟੂ Q ਸਕੇਅਰ ਬਾਈ 2 ਮਾਈਨਸ 0/2 ਕਰੋਗੇ, ਕੀ ਰਹਿ ਜਾਊਗਾ ਆਪਣੇ ਕੋਲ, 0 ਹੀ ਰਹਿ ਜਾਏਗਾ। ਕਲੀਅਰ ਹੋ ਗਈ ਚੀਜ਼। ਵੈਸੇ 2 ਦਾ ਆਪਣੇ ਕੋਲ ਕਾਂਸਟੈਂਟ ਹੈਗਾ, ਬਾਹਰ ਵੀ ਕਰ ਸਕਦੇ ਡਾਇਰੈਕਟ। ਸੋ ਕੀ ਆ ਜਾਏਗਾ ਆਪਣੇ ਕੋਲ, Q ਸਕੇਅਰ ਬਾਈ 2 ਮਾਈਨਸ ਕੀ ਹੈਗਾ ਆਪਣਾ 0। ਸੋ ਰਹਿ ਕੀ ਗਿਆ ਆਪਣੇ ਕੋਲ, ਟੋਟਲ ਵਰਕ ਡਨ ਕਿਹਦੇ ਕੋਲ ਆ ਗਿਆ, ਕਲੀਅਰ ਹੋ ਗਈ ਚੀਜ਼। ਸੋ ਇਹਦਾ ਆਪਣੇ ਕੋਲ ਕੀ ਆ ਗਿਆ, ਟੋਟਲ ਵਰਕ ਡਨ ਆ ਗਿਆ, ਕਿਹਦੇ ਵਾਸਤੇ ਆਪਣੇ ਕੋਲ, ਜਦੋਂ ਆਪਣੇ ਕੋਲ ਆਪਾਂ ਕੀ ਕਰ ਰਹੇ ਹਾਂ, ਪਲੇਟ A ਤੋਂ ਪਲੇਟ B ਵੱਲ ਚਾਰਜ ਕੀ ਕਰਵਾ ਰਹੇ ਹਾਂ, ਮੂਵ ਕਰਵਾ ਰਹੇ ਹਾਂ। ਹੁਣ ਦੇਖੋ ਇਲੈਕਟ੍ਰੋਸਟੈਟਿਕ ਫੋਰਸ ਕੀ ਹੁੰਦੀ ਹੈ ਆਪਣੇ ਕੋਲ, ਕੰਜ਼ਰਵੇਟਿਵ ਫੋਰਸ ਹੁੰਦੀ ਹੈ। ਸਿੰਸ ਇਲੈਕਟ੍ਰੋਸਟੈਟਿਕ ਫੋਰਸ ਆਰ ਕੰਜ਼ਰਵੇਟਿਵ, ਇਲੈਕਟ੍ਰੋਸਟੈਟਿਕ ਫੋਰਸਿਸ ਕੀ ਹੁੰਦੀਆਂ ਆਪਣੇ ਕੋਲ, ਕੰਜ਼ਰਵੇਟਿਵ ਹੁੰਦੀਆਂ। ਇਹਦਾ ਮਤਲਬ ਨਾ ਦੇਖੋ, ਕਿਉਂਕਿ ਆਪਣੇ ਕੋਲ ਕੀ ਹੈ, ਇਲੈਕਟ੍ਰੋਸਟੈਟਿਕ ਫੋਰਸਿਸ ਕੀ ਹੁੰਦੀਆਂ, ਕੰਜ਼ਰਵੇਟਿਵ ਹੁੰਦੀਆਂ। ਇਹਦਾ ਮਤਲਬ ਜੋ ਵੀ ਆਪਣੇ ਕੋਲ ਆਪਾਂ ਵਰਕ ਡਨ ਕਰਿਆ ਉਹ ਕਿਹਦੀ ਫਾਰਮ ਦੇ ਵਿੱਚ ਸਟੋਰ ਹੋਇਆ, ਆਪਣੇ ਕੋਲ ਪੋਟੈਂਸ਼ੀਅਲ એનર્ਜੀ ਦੀ ਫਾਰਮ ਦੇ ਵਿੱਚ ਸਟੋਰ ਹੋਇਆ। ਸੋ ਪੋਟੈਂਸ਼ੀਅਲ એનર્ਜੀ ਜੋ ਆਪਣੀ ਹੋਊਗੀ ਉਹ ਕਿਹਦੇ ਕੋਲ ਹੋਗੀ, ਵਰਕ ਡਨ ਦੀ ਕੋਲ, ਜੋ ਕਿਹਦੇ ਕੋਲ ਹੈਗਾ ਆਪਣੇ ਕੋਲ ਹਾਫ Q ਸਕੇਅਰ ਅਪੋਨ ਕੀ ਆਇਆ ਸੀਗਾ ਆਪਣਾ C। ਹੁਣ ਵੀ ਨੋ Q ਇਜ਼ ਇਕਲ ਟੂ ਕੀ ਹੁੰਦਾ ਆਪਣਾ, C ਵੀ ਦੇ ਇਕੁਅਲ ਹੁੰਦਾ। ਦੇਖੋ ਕਿਹੜੇ ਫਾਰਮੂਲਾ ਤੋਂ ਕੱਢਿਆ ਆਪਾਂ, ਕਪੈਸਿਟੈਂਸ ਇਜ਼ ਇਕਲ ਟੂ ਕੀ ਹੁੰਦੀ ਹੈ, ਚਾਰਜ ਅਪੋਨ ਪੋਟੈਂਸ਼ੀਅਲ। ਇਹ ਤੋਂ Q ਇਜ਼ ਇਕਲ ਟੂ ਕੀ ਆ ਜਾਏਗਾ ਆਪਣਾ, C ਵੀ ਆ ਜਾਏਗਾ। ਸੋ ਇਹਦੇ ਵਿੱਚ ਆਪਾਂ ਕੀ ਕਰਦੇ ਨੇ, ਪੁੱਟ ਕਰਦੇ ਨੇ, ਪੁੱਟ ਇਨ ਇਹ। ਅਗਰ ਇਹਦੇ ਵਿੱਚ ਵੈਲਿਊ ਪੁੱਟ ਕਰੋਗੇ, ਸੋ ਪੋਟੈਂਸ਼ੀਅਲ એનર્ਜੀ ਨਾਓ ਕਿੰਨੀ ਬਣ ਜੂਗੀ ਆਪਣੇ ਕੋਲ, ਹਾਫ C ਸਕੇਅਰ V ਸਕੇਅਰ ਅਪੋਨ ਕੀ ਆ ਗਿਆ C, XC ਨਾਲ ਆਪਣੇ ਕੋਲ XC ਕੱਟੀ ਹੋਗੀ। ਸੋ ਕੀ ਆ ਗਿਆ ਆਪਣੇ ਕੋਲ ਹਾਫ CV ਸਕੇਅਰ। ਇਹ ਵੀ ਕੀ ਹੁੰਦਾ ਆਪਣੇ ਕੋਲ, ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ ਹੁੰਦਾ। ਨਾਓ ਇਸ ਚੀਜ਼ ਆਪਣੇ ਕੋਲ ਕੀ ਹੈ, ਦੂਸਰੀ ਚੀਜ਼ ਵੀ ਆਪਾਂ ਕਰ ਸਕਦੇ ਹਾਂ, ਇਹਦੇ ਵਿੱਚ ਆਪਣੇ ਕੋਲ ਆਪਾਂ C ਦੀ ਵੈਲਿਊ ਵੀ ਕੀ ਕਰ ਸਕਦੇ ਹਾਂ, ਪੁੱਟ ਕਰ ਸਕਦੇ ਹਾਂ। ਸੋ C ਦੀ ਜਗ੍ਹਾ 'ਤੇ ਆਪਣੇ ਕੋਲ ਆਪਾਂ ਕੀ ਕਰਦੇ ਹਾਂ, Q/V ਕੀ ਕਰਦੇ ਹਾਂ, ਪੁੱਟ ਕਰਦੇ, ਪੁੱਟ C ਇਜ਼ ਇਕਲ ਟੂ Q/V ਇਨ A।
अगर C इज इक्वल टू क्यू बाय वी पुट करोगे दैन पोटेंशियल एनर्जी किहदे कोल आ जाऊगी हाफ क्यू स्केयर अपॉन सी की जगह पर की पुट कर रहे हैं आप क्यू अपॉन की कर रहे हैं वी पुट कर रहे हैं सो क्यू अपॉन वी सी वी अपने को ऊपर चली जाओ सो अपने को कट के सो की आ गया हाफ क्यू भी आ जाऊगी ये भी की होंगे अपने को पोटेंशियल एनर्जी का फॉर्मूला सो पोटेंशियल एनर्जी अपने को किहदे कोल आ जाती है कैपेसिटर की हाफ पहला फॉर्मूला की सीगा अपने को क्यू स्केयर अपॉन की सीगा सी और हाफ सी वी स्केयर और हाफ क्यू वी ये तीनों अपने कोल की होंगे फॉर्मूलाज होंगे कि पोटेंशियल एनर्जी के सो ये सी अपने को एनर्जी स्टोर्ड इन कैपेसिटर जो सब तो ज़्यादा फॉर्मूला अपने को यूज़ करते हैं कि होंगे अपने को यू इज इक्वल टू हाफ सी वी स्केयर वैसे तो तीनों फॉर्मूला जोड़े कि याद होने चाहिए सो दैट अपने कोल की है नूमेरिकल आप सॉल्व कर सकिए सो नैक्सट टॉपिक आ जाता अपना कॉमन पोटेंशियल सपोज अपने कोल की है दो कैपेसिटर्स है एक दी कैपेसिटी हैगी अपने कोल C1 एंड एक अनदर कैपेसिटर है जिहदी कैपेसिटी की हैगी अपने कोल C2 दोनों कैपेसिटर अपने कोल डिफरेंट पोटेंशियल्स के उपर की करते हैं सपोज लाई करते हैं लेट इहदी पोटेंशियल कितनी हैगी अपने कोल 100 वोल्ट है इनिशियली एंड इहदी पोटेंशियल कितनी हैगी अपने कोल 50 वोल्ट है इनिशियली दोनों अपने को आप की करते हैं सीरीज़ के कनैक्ट कर देने किसी कनैक्टिंग वायर के नाल हुण देखो क्योंकि अपने को आ वाला कैपेसिटर C1 ये हायर पोटेंशियल के उपर एंड ये की अपने को लोअर पोटेंशियल के उपर है सो चार्ज अपने को की करूँगा फ्लो करूँगा फ्रॉम हायर पोटेंशियल टू लोअर पोटेंशियल एंड कदों तक फ्लो करूँगा जो तक दोनों की पोटेंशियल अपने को सेम नहीं हो जाती क्लीयर हो गया सेम पोटेंशियल मतलब ये भी सपोज कितनी होगी अपने को 75 वोल्ट होगी एंड ये भी कितनी होगी अपने को सपोज 75 वोल्ट होगी हुण उत्थे आके चार्ज फ्लो करना की हो जाऊगा अपने को स्टॉप हो जाऊगा हुण इस पॉइंट के उपर जो इन्हों की पोटेंशियल हैगी अपने को सेम सो ये जो सेम पोटेंशियल अपने को एग्जिस्ट करती है इन्हों अपने को आप बोल दें कॉमन पोटेंशियल क्लीयर हो गई जी सो दो कैपेसिटर्स अपने को दोनों डिफरेंट पोटेंशियल्स नाल की है अपने को चार्ज है दोनों अपने को आप किसी कंडक्टिंग वायर के नाल की करें कनैक्ट करें हुण हायर पोटेंशियल टू लोअर पोटेंशियल की करता अपने को चार्ज जिहड़ा हैगा फ्लो करता क्यों तक फ्लो करता जो तक दोनों की पोटेंशियल अपने को सेम नहीं हो जाती क्लीयर हो गया हुण सपोज इसे मैं इधर लिखन लग्या सपोज C1 एंड C2 आर की सी अपने को कैपेसिटी है कि कंडक्टर 1 एंड कंडक्टर अपने को की है 2 दी capacities of two conductors of potential generally potential की है अपने को initially suppose V1 and V2 if V1 is at higher potential then चार्ज की करूँगा अपने को चार्ज विल फ्लो फ्रॉम C1 टू C2 कैपेसिटर अपने को C1 तो C2 वाल की करूँगा अपने को चार्ज की करूँगा फ्लो करूँगा कल तक टिल देयर पोटेंशियल बिकम इक्वल क्लीयर होगी जी सो हुण ये अपने को आप की करते हैं चार्ज की गल करते हैं सो सपोज टोटल चार्ज बिफोर शेयरिंग सपोज दो कैपेसिटर सी अपने को कैपेसिटी V1 एंड कैपेसिटी V2 दे सॉरी कैपेसिटी C1 एंड कैपेसिटी C2 दे एंड पोटेंशियल V1 एंड पोटेंशियल V2 दे नाउ सपोज अपन दोनों जो कनैक्ट नहीं करे आपस में उस टाइम जो टोटल चार्ज अपने को एग्जिस्ट करता वो अपने को आप गल कर रहे हैं बिफोर शेयरिंग अपने को सो बिफोर शेयरिंग चार्ज कितना होएगा अपने को देखो कैपेसिटर की अपने को चार्ज की गल करिए हम देखो कैपेसिटर कैपेसिटी अपने को कि होंगी है चार्ज पाउन की होंगे पोटेंशियल हम ये चार्ज कि होएगा कैपेसिटी इंटू की होएगी अपने को पोटेंशियल सो बिफोर शेयरिंग कैपेसिटर 1 की कैपेसिटी कितनी है अपने को C1 पोटेंशियल कितनी है V1 प्लस की हो गया अपने को कैपेसिटर
2 ਦੀ ਆਪਣੇ ਕੋਲ ਕਪੈਸਿਟੀ ਕਿੰਨੀ ਹੈਗੀ C2 ਐਂਡ ਪੋਟੈਂਸ਼ੀਅਲ ਕਿੰਨੀ ਹੈਗੀ ਆਪਣੇ ਕੋਲ V2। ਇਹ ਕੀ ਹੈਗਾ ਆਪਣੇ ਕੋਲ ਟੋਟਲ ਚਾਰਜ ਆ ਗਿਆ ਬਿਫੋਰ ਸ਼ੇਅਰਿੰਗ। ਕਲੀਅਰ ਹੋ ਗਈ ਚੀਜ਼। ਹੁਣ ਸਪੋਜ਼ ਦੋਨਾਂ ਨੂੰ ਆਪਣੇ ਕੋਲ ਆਪਾਂ ਕੀ ਕਰਦਾ ਕਿਸੇ ਕਨੈਕਟਿੰਗ ਵਾਇਰ ਦੇ ਨਾਲ ਕਨੈਕਟ ਕਰਤਾ। ਨਾਓ ਟੋਟਲ ਚਾਰਜ ਆਫਟਰ ਸ਼ੇਅਰਿੰਗ। ਹੁਣ ਕਿਉਂਕਿ ਆਪਣੇ ਕੋਲ ਆਪਾਂ ਕੀ ਕਰਤਾ ਕਨੈਕਟ ਕਰਤਾ, ਹੁਣ ਚਾਰਜ ਕੀ ਕਰੂਗਾ ਆਪਣੇ ਕੋਲ ਹਾਈ ਪੋਟੈਂਸ਼ੀਅਲ ਟੂ ਲੋਅਰ ਪੋਟੈਂਸ਼ੀਅਲ ਕੀ ਕਰੂਗਾ ਮੂਵ ਕਰੂਗਾ। ਕਦੋਂ ਤੱਕ? ਜਦੋਂ ਦੋਨਾਂ ਦੀ ਪੋਟੈਂਸ਼ੀਅਲ ਆਪਣੇ ਕੋਲ ਇਕੁਅਲ ਨਹੀਂ ਹੋ ਜਾਂਦੀ। ਸੋ ਇਸ ਪੁਆਇੰਟ ਦੇ ਉੱਪਰ ਆਪਣੇ ਕੋਲ V1 ਇਜ਼ ਇਕਲ ਟੂ ਕੀ ਹੋ ਜਾਊਗਾ V2 ਸਪੋਜ਼ ਇਜ਼ ਇਕਲ ਟੂ ਕੀ ਹੈਗਾ ਆਪਣੇ ਕੋਲ V। ਸੋ ਆਫਟਰ ਸ਼ੇਅਰਿੰਗ ਚਾਰਜ ਆਪਣੇ ਕੋਲ ਕਿੰਨਾ ਆ ਜਾਊਗਾ ਟੋਟਲ। ਸੋ ਦੇਖੋ ਫਸਟ ਦੀ ਆਪਣੇ ਕੋਲ ਗੱਲ ਕਰੋਗੇ ਕਪੈਸਿਟੀ ਕਿੰਨੀ ਹੈਗੀ C1, ਪੋਟੈਂਸ਼ੀਅਲ ਕਿੰਨੀ ਹੋਗੀ ਉਹਨਾਂ ਆਪਣੇ ਕੋਲ ਸਪੋਜ਼ V। ਦੂਸਰੇ ਦੀ ਗੱਲ ਕਰੋ ਕਪੈਸਿਟੀ ਕਿੰਨੀ ਹੈਗੀ ਆਪਣੇ ਕੋਲ C2 ਐਂਡ ਪੋਟੈਂਸ਼ੀਅਲ ਕਿੰਨੀ ਹੋਗੀ ਆਪਣੇ ਕੋਲ V। ਹੁਣ V ਦੋਨਾਂ ਦੇ ਵਿੱਚੋਂ ਕੀ ਨਿਕਲ ਗਿਆ ਆਪਣੇ ਕੋਲ ਕਾਮਨ ਹੋ ਰਿਹਾ ਕੀ ਗਿਆ C1 ਪਲੱਸ ਕੀ ਹੈਗਾ ਆਪਣੇ ਕੋਲ C2। ਕਲੀਅਰ ਹੋ ਗਈ ਜੀ। ਸੋ ਇਹ ਆਪਣੇ ਕੋਲ ਚਾਰਜ ਆ ਗਿਆ ਬਿਫੋਰ ਸ਼ੇਅਰਿੰਗ ਐਂਡ ਇਹ ਚਾਰਜ ਆ ਗਿਆ ਆਪਣੇ ਕੋਲ ਆਫਟਰ ਸ਼ੇਅਰਿੰਗ। ਹੁਣ ਦੇਖੋ ਸਿੰਸ ਵੀ ਨੋ ਟੋਟਲ ਚਾਰਜ ਕੀ ਰਹਿੰਦਾ ਆਪਣੇ ਕੋਲ ਹਮੇਸ਼ਾ ਕੰਜ਼ਰਵ ਰਹਿੰਦਾ, ਕਾਂਸਟੈਂਟ ਰਹਿੰਦਾ। ਕਲੀਅਰ ਹੋ ਗਈ ਜੀ। ਇਨ ਐਨ ਆਈਸੋਲੇਟਡ ਸਿਸਟਮ ਸਪੋਜ਼ ਆਪਣੇ ਕੋਲ ਕੀ ਹੈਗਾ ਇੱਕ ਆਈਸੋਲੇਟਡ ਸਿਸਟਮ ਹੈ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਚਾਰਜ ਆਪਣੇ ਕੋਲ ਕੀ ਹੈ ਲਾਸ ਨਹੀਂ ਹੋਇਆ। ਸੋ ਅਗਰ ਚਾਰਜ ਆਪਣੇ ਕੋਲ ਕੀ ਹੈ ਲਾਸ ਨਹੀਂ ਹੋਇਆ ਦੈਨ ਆਪਣੇ ਕੋਲ ਟੋਟਲ ਚਾਰਜ ਬਿਫੋਰ ਸ਼ੇਅਰਿੰਗ ਇਜ਼ ਇਕਲ ਟੂ ਕੀ ਆ ਜਾਏਗਾ ਆਪਣੇ ਕੋਲ ਟੋਟਲ ਚਾਰਜ ਆਫਟਰ ਸ਼ੇਅਰਿੰਗ। ਸੋ ਦਿਸ ਇੰਪਲਾਈਜ਼ ਸਪੋਜ਼ ਆਪਣੇ ਕੋਲ ਫਸਟ ਇਕੁਏਸ਼ਨ ਆ ਸੈਕੰਡ ਇਕੁਏਸ਼ਨ ਫਰੋਮ 1 ਐਂਡ 2 ਦੋਨੋਂ ਚਾਰजेस ਆਪਸ ਦੇ ਵਿੱਚ ਕੀ ਹੋਣਗੇ ਆਪਣੇ ਕੋਲ ਇਕੁਅਲ। ਸੋ C1 V1 ਪਲੱਸ C2 V2 ਇਜ਼ ਇਕਲ ਟੂ ਕੀ ਆ ਗਿਆ ਆਪਣਾ V C1 ਪਲੱਸ ਕੀ ਆ ਗਿਆ C2। ਆਪਾਂ ਕੀ ਕਰਨੀ ਹੈ ਪੋਟੈਂਸ਼ੀਅਲ ਫਾਈਂਡ ਆਊਟ ਕਰਨੀ ਹੈ ਕਾਮਨ ਪੋਟੈਂਸ਼ੀਅਲ। ਸੋ V ਇੱਧਰ ਰੱਖ ਲੈਣੇ ਉਹਨੂੰ ਉੱਧਰ ਜਾ ਕੇ ਡਿਵਾਈਡ ਕਰੋਗੇ। ਸੋ V ਇਜ਼ ਇਕਲ ਟੂ ਕੀ ਆ ਜਾਊਗਾ C1 V1 ਪਲੱਸ C2 V2 ਅਪੋਨ ਕੀ ਆ ਗਿਆ ਆਪਣਾ C1 ਪਲੱਸ ਕੀ ਆ ਗਿਆ C2। ਇਹ ਕੀ ਆ ਜਾਂਦੀ ਹੈ ਆਪਣੀ ਕਾਮਨ ਪੋਟੈਂਸ਼ੀਅਲ ਆ ਜਾਂਦੀ। ਸੋ ਕਾਮਨ ਪੋਟੈਂਸ਼ੀਅਲ ਆਪਣੇ ਕੋਲ ਕੀ ਚੀਜ਼ ਹੁੰਦੀ ਹੈ ਦੇਖੋ C1 V1 ਪਲੱਸ C2 V2 ਹੈ ਕਿ ਆਪਣੇ ਕੋਲ ਐਕਚੁਅਲ ਦੇ ਵਿੱਚ ਚਾਰਜ ਹੈ ਟੋਟਲ ਚਾਰਜ। ਨੀਚੇ ਕੀ ਹੈਗਾ ਆਪਣੇ ਕੋਲ C1 ਪਲੱਸ C2 ਹੈ ਕਿ ਆਪਣੇ ਕੋਲ ਕਪੈਸਿਟੀ ਹੈ। ਸੋ ਕਾਮਨ ਪੋਟੈਂਸ਼ੀਅਲ ਆਪਣੇ ਕੋਲ ਹੁੰਦੀ ਕੀ ਐਕਚੁਅਲ ਦੇ ਵਿੱਚ ਇਹ ਕੀ ਹੁੰਦੀ ਹੈ ਰੇਸ਼ੀਓ ਹੁੰਦੀ ਹੈ ਕਿਹਦੀ ਟੋਟਲ ਚਾਰਜ ਟੂ ਟੋਟਲ ਕਪੈਸਿਟੀ ਦੀ। ਕਲੀਅਰ ਹੋ ਗਈ ਚੀਜ਼। ਸੋ ਟੋਟਲ ਚਾਰਜ ਟੂ ਟੋਟਲ ਕਪੈਸਿਟੀ ਦੀ ਜੋ ਰੇਸ਼ੀਓ ਹੁੰਦੀ ਹੈ ਉਹਨੂੰ ਆਪਣੇ ਕੋਲ ਆਪਾਂ ਬੋਲ ਦਿੰਦੇ ਹਾਂ ਕਾਮਨ ਪੋਟੈਂਸ਼ੀਅਲ। ਕਲੀਅਰ ਹੋ ਗਿਆ। ਹੁਣ ਦੇਖੋ ਜਿੰਨਾ ਚਾਰਜ ਕਪੈਸਿਟਰ 1 ਨੇ ਲਾਸ ਕਰਿਆ ਉਹਨੇ ਚਾਰਜ ਆਪਣੇ ਕੋਲ ਕੀ ਹੈ ਕਪੈਸਿਟਰ 2 ਨੇ ਕੀ ਕਰਿਆ ਗੇਨ ਕਰਿਆ। ਸੋ ਟੋਟਲ ਚਾਰਜ ਹਮੇਸ਼ਾ ਆਪਣੇ ਕੋਲ ਕੀ ਰਿਹਾ ਸੇਮ ਰਿਹਾ। ਬਟ ਇਹ ਚੀਜ਼ ਆਪਣੇ ਕੋਲ ਪੋਟੈਂਸ਼ੀਅਲ ਵਾਸਤੇ ਜਿਹੜੀ ਹੈਗੀ ਸਹੀ ਨਹੀਂ ਹੈਗੀ। ਜਿੰਨੀ ਪੋਟੈਂਸ਼ੀਅਲ ਆਪਣੇ ਕੋਲ ਕੀ ਹੈ 1 ਨੇ ਲਾਸ ਕਰੀ ਓਨੀ ਪੋਟੈਂਸ਼ੀਅਲ ਆਪਣੇ ਕੋਲ ਕੀ ਹੈ 2 ਨੇ ਜਿਹੜੀ ਹੈਗੀ ਗੇਨ ਕਰੀ ਹੋਊਗੀ। ਇਹ ਚੀਜ਼ ਆਪਣੇ ਕੋਲ ਕੀ ਹੈ ਹਮੇਸ਼ਾ ਜਿਹੜੀ ਹੈਗੀ ਟਰੂ ਨਹੀਂ ਹੁੰਦੀ। ਸੋ ਇਹ ਚੀਜ਼ ਦਾ ਧਿਆਨ ਰੱਖਣਾ। ਸੋ ਇਹ ਸੀਗਾ ਆਪਣਾ ਕਾਮਨ ਪੋਟੈਂਸ਼ੀਅਲ। ਸੋ ਨੈਕਸਟ ਟੌਪਿਕ ਆ ਜਾਂਦਾ ਆਪਣਾ ਲਾਸ ਆਫ એનર્ਜੀ ਅਪੋਨ ਸ਼ੇਅਰਿੰਗ। ਸੋ ਉਹੀ ਚੀਜ਼ ਆਪਣੇ ਕੋਲ ਦੁਬਾਰਾ ਸਪੋਜ਼ ਦੋ ਕਪੈਸਿਟਰ ਆ ਆਪਣੇ ਇੱਕ ਦੀ ਕਪੈਸਿਟੀ ਕਿੰਨੀ ਹੈਗੀ ਆਪਣੀ C1 ਦੂਸਰੇ ਦੀ ਕਪੈਸਿਟੀ ਕਿੰਨੀ ਹੈਗੀ ਸਪੋਜ਼ C2। ਇਹਦੀ ਪੋਟੈਂਸ਼ੀਅਲ ਕੀ ਹੈਗੀ ਹੈ V1 ਐਂਡ ਇਹਦੀ ਪੋਟੈਂਸ਼ੀਅਲ ਕੀ ਹੈਗੀ ਆਪਣੇ ਕੋਲ V2। ਇਨੀਸ਼ੀਅਲੀ ਸਪੋਜ਼ V1 ਆਪਣੇ ਕੋਲ ਗ੍ਰੇਟਰ ਪੋਟੈਂਸ਼ੀਅਲ ਦੇ ਉੱਪਰ ਸੋ ਚਾਰਜ ਕੀ ਕਰੂਗਾ ਆਪਣੇ ਕੋਲ ਫਲੋ ਕਰੂਗਾ ਫਰੋਮ V1 ਟੂ V2 ਹਾਇਰ ਪੋਟੈਂਸ਼ੀਅਲ ਟੂ ਲੋਅਰ ਪੋਟੈਂਸ਼ੀਅਲ। ਜਦੋਂ ਤੱਕ ਦੋਨੋਂ ਦਾ ਆਪਣੇ ਕੋਲ ਕੀ ਹੈ ਪੋਟੈਂਸ਼ੀਅਲ ਜਿਹੜੀ ਹੈਗੀ ਸੇਮ ਨਹੀਂ ਹੋ ਜਾਂਦੀ V1 ਇਜ਼ ਇਕਲ ਟੂ V2 ਇਜ਼ ਇਕਲ ਟੂ ਆਪਣੇ ਕੋਲ V। ਹੁਣ ਇਸ ਪੋਟੈਂਸ਼ੀਅਲ ਦੇ ਉੱਪਰ ਆਪਣੇ ਕੋਲ ਜੋ ਪੋਟੈਂਸ਼ੀਅਲ ਐਗਜ਼ਿਸਟ ਕਰਦੀ ਉਹਨੂੰ ਆਪਣੇ ਕੋਲ ਕੀ ਬੋਲਦੇ ਨੇ ਆਪਾਂ ਕਾਮਨ ਪੋਟੈਂਸ਼ੀਅਲ ਬੋਲਦੇ ਨੇ। ਇਹ ਆਲਰੇਡੀ ਆਪਣੇ ਕੋਲ ਆਪਾਂ ਫਾਈਂਡ ਆਊਟ ਕਰਿਆ ਸੀਗਾ। ਹੁਣ ਕਿਉਂਕਿ ਆਪਣੇ ਕੋਲ ਚਾਰਜ ਦਾ ਤਾਂ ਕਿਸੇ ਵੀ ਤਰ੍ਹਾਂ ਦਾ ਆਪਣੇ ਕੋਲ ਲਾਸ ਨਹੀਂ ਹੁੰਦਾ ਜਦੋਂ ਆਪਣੇ ਕੋਲ ਚਾਰਜ ਜਿਹੜਾ ਹੈਗਾ ਇੱਕ ਤੋਂ ਦੂਸਰੇ ਕਪੈਸਿਟਰ ਦੇ ਵਿੱਚ ਫਲੋ ਕਰਦਾ ਕਿਉਂਕਿ ਕਪੈਸਿਟਰ 1 ਨੇ ਜਿੰਨਾ ਚਾਰਜ ਆਪਣੇ ਕੋਲ ਲਾਸ ਕਰਿਆ ਕਪੈਸਿਟਰ 2 ਨੇ ਉਨਾ ਹੀ ਆਪਣੇ ਕੋਲ ਚਾਰਜ ਨੂੰ ਕੀ ਕਰਿਆ ਗੇਨ ਕਰਿਆ ਕਿਉਂਕਿ ਆਈਸੋਲੇਟਡ ਸਿਸਟਮ। ਬਟ ਇਹਦੇ ਵਿੱਚ ਹੁੰਦਾ ਕੀ ਆਪਣੇ ਕੋਲ ਚਾਰਜ ਦਾ ਲਾਸ ਨਹੀਂ ਹੁੰਦਾ ਬਟ એનર્ਜੀ ਜਿਹੜੀ ਹੈਗੀ ਆਪਣੇ ਕੋਲ ਜਦੋਂ ਆਪਣੇ ਕੋਲ ਸ਼ੇਅਰਿੰਗ ਹੁੰਦੀ ਹੈ ਚਾਰਜ ਦੀ ਉਹ ਕੀ ਹੁੰਦੀ ਹੈ ਆਪਣੇ ਕੋਲ ਲਾਸ ਹੋ ਜਾਂਦੀ। ਇਹਨੂੰ ਆਪਣੇ ਕੋਲ ਡਿਸਿਪੇਟਡ એનર્ਜੀ ਬੋਲਦੇ ਨੇ ਆਪਾਂ। ਇਹ ਚਾਰਜ ਆਪਣੇ ਕੋਲ ਕੀ ਹੈ ਜਦੋਂ ਫਲੋ ਕਰਦਾ ਉਦੋਂ ਹੀਟ ਦੀ ਫਾਰਮ ਦੇ ਵਿੱਚ ਆਪਣੇ ਕੋਲ ਕੀ ਹੈ એનર્ਜੀ ਲਾਸ ਹੋ ਸਕਦੀ ਹੈ ਜਾਂ ਫਿਰ ਆਪਣੇ ਕੋਲ ਕੀ ਕਿਸੇ ਹੋਰ ਫਾਰਮ ਦੇ ਵਿੱਚ ਆਪਣੇ ਕੋਲ એનર્ਜੀ ਕੀ ਹੁੰਦੀ ਹੈ ਲਾਸ ਹੁੰਦੀ। ਸੋ ਉਸ ਲਾਸ ਆਫ એનર્ਜੀ ਨੂੰ ਆਪਾਂ ਕੀ ਕਰਦੇ ਹਾਂ ਫਾਈਂਡ ਆਊਟ ਕਰਦੇ। ਨਾਓ ਵੀ ਨੋ ਹੁਣ ਦੇਖੋ ਸਾਰੀਆਂ ਚੀਜ਼ਾਂ ਉਹੀ ਜਿਹੜੀਆਂ ਹੈਗੀਆਂ ਆਪਣੇ ਕੋਲ ਸੇਮ ਹੈ। ਕਪੈਸਿਟਰ C1 ਇੱਕ ਦਾ ਆਪਣੇ ਕੋਲ ਇੱਕ ਕਪੈਸਿਟਰ ਦੂਸਰਾ ਆਪਣੇ ਕੋਲ C2 ਕਪੈਸਿਟਰ ਦਾ ਕਪੈਸਿਟਰ। ਹੁਣ
ਇਹਦੀ ਪੋਟੈਂਸ਼ੀਅਲ V1 ਹੈ, ਇਹਦੀ ਪੋਟੈਂਸ਼ੀਅਲ V2 ਹੈ, ਹਾਇਰ ਪੋਟੈਂਸ਼ੀਅਲ ਦੇ ਉੱਪਰ ਹੈ, ਇਹ ਲੋਅਰ ਪੋਟੈਂਸ਼ੀਅਲ ਦੇ ਉੱਪਰ ਹੈ। ਚਾਰਜ ਕੀ ਕਰੂਗਾ, ਹਾਇਰ ਟੂ ਲੋਅਰ ਫਲੋ ਕਰੂਗਾ ਜਦੋਂ ਤੱਕ ਦੋਨਾਂ ਦੀ ਪੋਟੈਂਸ਼ੀਅਲ ਆਪਣੇ ਕੋਲ ਸੇਮ ਨਹੀਂ ਹੋ ਜਾਂਦੀ, ਜਿਹਨੂੰ ਆਪਣੇ ਕੋਲ ਆਪਾਂ ਕਾਮਨ ਪੋਟੈਂਸ਼ੀਅਲ ਬੋਲਦੇ ਨੇ। ਸੋ ਵੀ ਨੋ ਕਾਮਨ ਪੋਟੈਂਸ਼ੀਅਲ ਆਪਾਂ ਨੂੰ ਪਤਾ ਕਿਹਦੇ ਇਕੁਅਲ ਹੁੰਦੀ ਹੈ, C1 V1 ਪਲੱਸ C2 V2। ਹੁਣੇ ਹੀ ਆਪਾਂ ਪੜ੍ਹਿਆ, ਅਪੋਨ ਕੀ ਆ ਜਾਏਗਾ, C1 ਪਲੱਸ C2। ਟੋਟਲ ਚਾਰਜ ਅਪੋਨ ਕੀ ਆਉਂਦੀ ਹੈ ਆਪਣੀ ਟੋਟਲ ਕਪੈਸਿਟੀ। ਸਪੋਜ਼ ਇਹ ਕੀ ਹੈਗੀ ਆਪਣੇ ਕੋਲ ਫਸਟ ਇਕੁਏਸ਼ਨ ਆਪਣੀ। ਹੁਣ ਦੇਖੋ એનર્ਜੀ ਦੀ ਗੱਲ ਕਰੀਏ ਆਪਾਂ, ਪੋਟੈਂਸ਼ੀਅਲ એનર્ਜੀ ਦੀ। ਸੋ ਪੋਟੈਂਸ਼ੀਅਲ એનર્ਜੀ ਕਿਹਦੇ ਇਕੁਅਲ ਹੁੰਦੀ ਹੈ, ਤੁਹਾਨੂੰ ਪਤਾ ਹਾਫ CV ਸਕੁਅਰ ਦੇ ਇਕੁਅਲ ਹੁੰਦੀ ਹੈ। ਕਲੀਅਰ ਹੋ ਗਈ ਜੀ। ਸੋ ਪੋਟੈਂਸ਼ੀਅਲ એનર્ਜੀ ਦੀ ਗੱਲ ਕਰਦੇ ਹਾਂ ਆਪਾਂ। ਸਪੋਜ਼ ਪੋਟੈਂਸ਼ੀਅਲ એનર્ਜੀ ਬਿਫੋਰ ਸ਼ੇਅਰਿੰਗ, ਜਦੋਂ ਆਪਣੇ ਕੋਲ ਦੋਨੋਂ ਕਪੈਸੀਟਰ ਆਪਾਂ ਕਨੈਕਟ ਨਹੀਂ ਕਰੇ ਉਸ ਟਾਈਮ ਪੋਟੈਂਸ਼ੀਅਲ એનર્ਜੀ ਦੀ ਗੱਲ ਕਰ ਰਹੇ। ਸਪੋਜ਼ ਉਹ ਕੀ ਹੈਗੀ ਹੈ, U1 ਇਜ਼ ਇਕਲ ਟੂ ਕੀ ਆ ਜਾਊਗੀ, potential energy of capacitor 1 plus potential energy of capacitor ਕੀ ਹੋਊਗੀ 2। ਫਸਟ ਦੀ potential energy ਦੀ ਗੱਲ ਕਰੋਗੇ, ਹਾਫ potential ਆਪਣੇ ਕੋਲ ਕਿੰਨੀ ਹੈਗੀ ਉਹਦੀ V1 ਐਂਡ capacity ਕਿੰਨੀ ਹੈਗੀ ਆਪਣੇ ਕੋਲ C1। ਸੋ ਕੀ ਆ ਗਈ, U1 is equal to half C1 V1 square plus half C2 V2 square। ਇਹ ਆ ਗਈ ਆਪਣੇ ਕੋਲ potential energy before sharing। ਹੁਣ ਪੋਟੈਂਸ਼ੀਅਲ એનર્ਜੀ ਆਫਟਰ ਸ਼ੇਅਰਿੰਗ ਦੀ ਗੱਲ ਕਰਦੇ ਹਾਂ। ਸਪੋਜ਼ ਉਹਨੂੰ ਆਪਣੇ ਕੋਲ ਆਪਾਂ ਕੀ ਬੋਲ ਰਹੇ ਹਾਂ, U2 ਇਜ਼ ਇਕਲ ਟੂ ਕੀ ਹੈਗਾ ਆਪਣੇ ਕੋਲ, ਦੇਖੋ ਮੈਂ ਸਿੱਧਾ ਡਾਇਰੈਕਟ ਲਿਖ ਰਿਹਾ V1 V2 ਆਪਣੇ ਕੋਲ। ਜਦੋਂ ਆਪਣੇ ਕੋਲ ਕੀ ਹੈ ਸ਼ੇਅਰਿੰਗ ਹੋਊਗੀ, ਆਫਟਰ ਸ਼ੇਅਰਿੰਗ ਕੀ ਹੋਇਆ, V1 ਇਜ਼ ਇਕਲ ਟੂ V2 ਇਜ਼ ਇਕਲ ਟੂ ਕੀ ਹੋ ਗਿਆ, V ਹੋ ਗਿਆ। ਇੱਥੇ ਪੁੱਟ ਕਰ ਦਿਓ, ਬਾਕੀ ਸਭ ਆਪਣੇ ਕੋਲ ਸੇਮ ਹੈ। ਸੋ ਡਾਇਰੈਕਟ ਜਿਹੜਾ ਕਾਮਨ ਕੱਢ ਕੇ ਲਿਖ ਰਿਹਾ। ਸੋ ਕੀ ਹੋਊਗੀ ਆਪਣੇ ਕੋਲ ਹਾਫ C1 ਪਲੱਸ C2 V ਸਕੁਅਰ ਆ ਗਈ। ਹੁਣ ਦੇਖੋ ਆਪਾਂ ਨੂੰ ਪਤਾ ਕਾਮਨ ਪੋਟੈਂਸ਼ੀਅਲ ਹੈ ਕਿੰਨੀ ਸੀਗੀ, ਟੋਟਲ ਟੋਟਲ ਚਾਰਜ ਅਪੋਨ ਕੀ ਸੀਗਾ, ਟੋਟਲ ਕਪੈਸਿਟੀ। ਇੱਥੇ ਕੀ ਕਰਦੇ ਨੇ ਆਪਾਂ ਪੁੱਟ ਕਰ ਦਿੰਦੇ ਹਾਂ, V ਦੀ ਜਗ੍ਹਾ ਦੇ ਉੱਪਰ ਆਹ ਵਾਲੀ ਵੈਲਿਊ ਕੀ ਕਰੋਗੇ, ਪੁੱਟ ਕਰੋਗੇ। ਸੋ U2 ਇਜ਼ ਇਕਲ ਟੂ ਕੀ ਆ ਗਿਆ, ਹਾਫ C1 ਪਲੱਸ C2 ਇੰਟੂ ਕੀ ਸੀਗਾ V ਸਕੁਅਰ C1 V1 ਪਲੱਸ C2 V2 ਸਕੁਅਰ ਅਪੋਨ ਨੀਚੇ ਕੀ ਆ ਗਿਆ C1 ਪਲੱਸ C2 ਸਕੁਅਰ। ਹੁਣ C1 ਪਲੱਸ C2 ਇੱਧਰ ਵੀ ਐਗਜ਼ਿਸਟ ਕਰ ਰਿਹਾ, C1 ਪਲੱਸ C2 ਸਕੁਅਰ ਇੱਧਰ ਵੀ ਐਗਜ਼ਿਸਟ ਕਰ ਰਿਹਾ। ਸੋ ਇੱਕ ਆਪਣੇ ਕੋਲ ਕੱਟ ਗਏ। ਸੋ ਬਾਕੀ ਕੀ ਰਹਿ ਗਿਆ, ਹਾਫ C1 V1 ਪਲੱਸ C2 V2 ਸਕੁਅਰ ਅਪੋਨ ਕੀ ਆ ਗਿਆ ਆਪਣਾ C1 ਪਲੱਸ C2। ਹੁਣ ਕਿਉਂਕਿ ਆਪਾਂ ਲਾਸ ਦੀ ਗੱਲ ਕਰ ਰਹੇ ਹਾਂ ਤਾਂ ਮਤਲਬ ਕੀ ਹੈਗਾ, ਆਪਣੇ ਕੋਲ ਪਹਿਲਾਂ ਪੋਟੈਂਸ਼ੀਅਲ એનર્ਜੀ ਕੀ ਸੀਗੀ ਜ਼ਿਆਦਾ, ਫਿਰ ਪੋਟੈਂਸ਼ੀਅਲ એનર્ਜੀ ਆਪਣੇ ਕੋਲ ਕੀ ਹੈਗੀ ਹੈ ਡਿਕਰੀਜ਼ ਕਰ ਗਈ। ਸੋ ਲਾਸ ਆਫ એનર્ਜੀ ਨੂੰ ਆਪਣੇ ਕੋਲ ਕਿੰਨਾ ਲਿਖਾਂਗੇ ਆਪਾਂ, U1 ਮਾਈਨਸ ਕੀ ਹੋਊਗਾ ਆਪਣੇ ਕੋਲ U2। ਸੋ U1 ਆਪਣੇ ਕੋਲ ਆਹ ਵਾਲਾ ਹੈਗਾ, U2 ਦੀ ਵੈਲਿਊ ਆਪਣੇ ਕੋਲ ਕੀ ਆਹ ਵਾਲੀ ਹੈਗੀ ਹੈ, U1 ਦੇ ਵਿੱਚੋਂ ਆਪਣੇ ਕੋਲ U2 ਨੂੰ ਕੀ ਕਰੋਗੇ ਮਾਈਨਸ ਕਰੋਗੇ। ਸੋ ਕੀ ਆ ਜਾਊਗਾ, U1 ਦੀ ਵੈਲਿਊ ਕਿੰਨੀ ਹੈਗੀ, ਹਾਫ C1 V1 ਸਕੁਅਰ ਪਲੱਸ ਹਾਫ C2 V2 ਸਕੁਅਰ ਮਾਈਨਸ ਹਾਫ C1 V1 ਪਲੱਸ C2 V2 ਹੋਲ ਸਕੁਅਰ ਅਪੋਨ ਨੀਚੇ ਕੀ ਆ ਗਿਆ C1 ਪਲੱਸ C2। ਹੁਣ ਦੇਖੋ ਕੈਲਕੂਲੇਸ਼ਨ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਧਿਆਨ ਨਾਲ ਕਰਨ ਵਾਲੀ ਹੈ ਇਹਦੇ ਵਿੱਚ। ਸੋ ਧਿਆਨ ਨਾਲ ਕਰਨੀ ਹੈ। ਹੁਣ ਦੇਖੋ ਹਾਫ ਈਡ ਹੈਗਾ ਆਪਾਂ ਕਾਮਨ ਕੱਢ ਸਕਦੇ ਹਾਂ। ਸੋ ਸਾਰੇ ਦਾ ਸਾਰਾ ਹਾਫ ਈਡ ਹੈਗਾ, ਮੈਂ ਕੀ ਕਰ ਲੈਣਾ ਕਾਮਨ ਕਰ ਲੈਣਾ। ਨੀਚੇ LCM ਲਾਉਂਗੇ ਕਿੰਨਾ ਆ ਜਾਏਗਾ ਆਪਣੇ ਕੋਲ C1 ਪਲੱਸ ਕੀ ਆ ਜਾਊਗਾ C2। ਦੇਖੋ LCM ਲਿਆ ਆਪਣੇ ਕੋਲ C1 ਪਲੱਸ ਕੀ ਆ ਗਿਆ C2। ਹੁਣ ਇੱਥੇ ਆਪਣੇ ਕੋਲ ਨਹੀਂ ਹੈਗਾ, ਸੋ ਇਹਨੂੰ ਇਹਦੇ ਨਾਲ ਮਲਟੀਪਲਾਈ ਕਰੋਗੇ। ਸੋ ਕੀ ਹੈਗਾ C1 V1 ਸਕੁਅਰ ਇੰਟੂ C1 ਪਲੱਸ C2 ਪਲੱਸ ਇੱਥੇ ਵੀ ਕੀ ਆ ਜਾਊਗਾ ਆਪਣੇ ਕੋਲ C2 V2 ਸਕੁਅਰ ਇੰਟੂ C1 ਪਲੱਸ C2 ਮਾਈਨਸ ਕੀ ਸੀਗਾ ਆਪਣੇ ਕੋਲ C1 V1 ਪਲੱਸ C2 V2 ਹੋਲ ਸਕੁਅਰ ਇੰਟੂ ਕੀ ਆ ਗਿਆ, ਦੇਖੋ ਇੱਧਰ ਆਪਣੇ ਕੋਲ ਕੀ ਹੈਗਾ C1 ਪਲੱਸ C2। ਸੋ ਇੱਥੇ ਆਪਣੇ ਕੋਲ ਕਿਸੇ ਵੀ ਤਰ੍ਹਾਂ ਦੀ ਚੀਜ਼ ਨਹੀਂ ਆਊਗੀ, ਸੋ ਆਪਣੇ ਕੋਲ ਇਹੀ ਰਹਿ ਜਾਊਗਾ। ਸੋ LCM ਲਿਆ ਆਪਣਾ ਕੀ ਆ ਗਿਆ C1 ਪਲੱਸ C2, ਹਾਫ ਆਪਾਂ ਕੀ ਕੱਢਿਆ ਪਹਿਲੇ ਹੀ ਕਾਮਨ ਕੱਢ ਲਿਆ। ਸੋ ਇੱਥੇ ਕੀ ਰਹਿ ਗਿਆ C1 V1 ਸਕੁਅਰ ਇੰਟੂ ਕੀ ਆ ਗਿਆ C1 ਪਲੱਸ C2। ਇੱਥੇ ਕੀ ਆ ਗਿਆ ਆਪਣੇ ਕੋਲ C2 V2 ਸਕੁਅਰ ਆਲਰੇਡੀ ਸੀ, ਨਾਲ ਕੀ ਆ ਗਿਆ C1 ਪਲੱਸ C2 ਮਾਈਨਸ
C1 प्लस C2 ਨਾਲ C1 प्लस C2 डिवाइड करोगे 1 आ गया। सो बाकी की रह गया अपने को इतने C1 V1 प्लस C2 V2 ਦਾ होल स्केयर। सो इतना तक क्लीयर होगी जी। ब्रैकेट की कर दो क्लोज कर दो। ਹੁਣ ਮਲਟੀਪਲਾਈ ਕਰੋ ਇਹਨਾਂ ਨੂੰ, ਬ੍ਰੈਕਟਸ ਨੂੰ ਕੀ ਕਰਦੇ ਆਪਾਂ ਸੋਲਵ ਕਰਦੇ ਹਾਂ। ਮੈਂ ਡਾਇਰੈਕਟਡ ਹੈਗਾ ਲਿਖ ਰਿਹਾ ਉਹਨੂੰ, ਧਿਆਨ ਨਾਲ ਦੇਖ ਲਿਓ ਇੱਕ ਵਾਰ। ਹੁਣ ਅੱਗੇ ਦੇਖੋ ਧਿਆਨ ਨਾਲ ਆਪਾਂ ਬ੍ਰੈਕਟ ਕੀ ਕਰਾਂਗੇ ਓਪਨ ਕਰਾਂਗੇ। ਸੋ ਦੇਖ ਹੀ ਰਹੇ ਹੋ ਤੁਸੀਂ। ਸੋ ਹਾਫ ਆਪਣਾ ਉਦਾਂ ਹੀ ਬਾਹਰ C1 V1 ਸਕੇਅਰ ਨੂੰ ਇਹਦੇ ਨਾਲ ਮਲਟੀਪਲਾਈ ਕਰੋਗੇ ਕੀ ਆ ਜਾਏਗਾ ਆਪਣੇ ਕੋਲ C1 ਸਕੇਅਰ V1 ਸਕੇਅਰ ਪਲਸ C1 C2 V1 ਸਕੇਅਰ। ਸਿਮਿਲਰਲੀ C2 V2 ਸਕੇਅਰ ਨੂੰ ਆਪਣੇ ਕੋਲ ਇਹ ਵਾਲੀ ਬ੍ਰੈਕਟ ਦੇ ਨਾਲ ਮਲਟੀਪਲਾਈ ਕਰੋਗੇ ਕੀ ਆ ਜਾਊਗਾ ਆਪਣੇ ਕੋਲ C1 C2 V2 ਸਕੇਅਰ ਪਲਸ ਕੀ ਆ ਗਿਆ C2 ਸਕੇਅਰ V2 ਸਕੇਅਰ ਮਾਈਨਸ। ਹੁਣ ਦੇਖੋ ਆਹ ਵਾਲੀ ਬ੍ਰੈਕਟ ਦੇ ਵਿੱਚ C1 V1 ਪਲਸ C2 V2 ਇਹ ਤੇ ਆਪਣੇ ਕੋਲ ਆਪਾਂ ਫਾਰਮੂਲਾ ਅਪਲਾਈ ਕਰ ਸਕਦੇ ਹਾਂ A ਪਲਸ B ਦਾ ਹੋਲ ਸਕੇਅਰ ਵਾਲਾ। ਕੀ ਹੁੰਦਾ A ਸਕੇਅਰ ਪਲਸ B ਸਕੇਅਰ ਪਲਸ ਕੀ ਹੁੰਦਾ 2AB। ਸੋ ਅਪਲਾਈ ਕਰੋ C1 ਸਕੇਅਰ V1 ਸਕੇਅਰ ਕੀ ਹੋ ਗਿਆ A ਸਕੇਅਰ ਪਲਸ C2 ਸਕੇਅਰ V2 ਸਕੇਅਰ ਕੀ ਹੋ ਗਿਆ ਆਪਣੇ ਕੋਲ B ਸਕੇਅਰ ਪਲਸ ਕੀ ਹੋ ਗਿਆ ਆਪਣੇ ਕੋਲ 2AB। ਸੋ 2 C1 C2 V1 V2 ब्रैकेट क्लोज, नीचे C1 प्लस C2 उदा ही। नाउ माइनस साइन अपने को अंदर लेके जाऊंगी की बन जाऊगा हाफ बाहर उदा ही। बाकी भी सारिया टर्म्स उदा ही C1 V1 स्केयर प्लस C1 C2 V1 स्केयर प्लस C1 C2 V2 स्केयर प्लस C2 स्केयर V2 स्केयर माइनस C1 स्केयर V1 स्केयर माइनस C2 स्केयर V2 स्केयर माइनस 2 C1 C2 V1 V2। अब माइनस में अंदर ले गए नीचे अपने कोल किया गया उदा ही C1 प्लस C2। और देखो ओपोजिट साइंस अपने कोल की आप कर देने इधर देखो माइनस C1 स्केयर V1 स्केयर इधर प्लस आएगा माइनस C2 स्केयर V2 स्केयर इधर अपने कोल किएगा प्लस। सो ये अपने कोल कटेगे बाकी जो टर्म्स बच गई अपन उन्होंने अपने को एज इट इज लिखते हैं। सो हाफ C1 C2 V1 स्केयर प्लस C1 C2 V2 स्केयर माइनस 2 C1 C2 V1 V2 नीचे की बच गया अपना C1 प्लस C2 उदा ही। हम देखो इधर भी C1 C2 इधर भी C1 C2 इधर भी C1 C2 कॉमन कर सकते हैं आप। सो कॉमन कर लेने C1 C2 अपॉन 2 अपने को होता ही। बाकी की बच गए थे V1 स्केयर प्लस V2 स्केयर माइनस 2 V1 V2 नीचे अपने को वही C1 प्लस C2। हम देखो ये फॉर्मूला नहीं बन रहा अपना A स्केयर प्लस B स्केयर माइनस 2AB। सो इनू मैं लिख सकदा बाहर उदा ही C1 C2 बाय 2 इनू अपने कोल की लिख सकते A स्केयर प्लस B स्केयर माइनस 2AB की होंदा A माइनस B दा होल स्केयर। सो की आ जाऊगा V1 माइनस V2 दा होल स्केयर नीचे की आ गया अपने को C1 प्लस C2। क्लियर होगी जी। सो U1 माइनस U2 मतलब लॉस इन एनर्जी की को आ गया अपना C1 C2 V1 माइनस V2 स्केयर अपॉन नीचे की है अपना C1 प्लस C2 उदा ही। सो ये किया गया अपने को लॉस ऑफ एनर्जी है। हम देखो ये हमेशा की है आ वाली वैल्यू हमेशा की रहोगी अपने को पॉजिटिव रहोगी विच इज पॉजिटिव बिकॉज U1 माइनस U2 हमेशा पॉजिटिव है मतलब किएगा ग्रेटर दैन किएगा अपने को 0 U2 उधर लेके जाओगे दिस इंप्लाइज U1 किएगा अपने को हमेशा की रहेगा U2 नालों की रहेगा ग्रेटर होगा। अगर U1 अपने को ग्रेटर रहेगा कि नाल U2 नालों इसका मतलब किएगा अपने को कोई ना कोई एनर्जी की हो रही है लॉस हो रही है। एंड जो एनर्जी अपने को लॉस हो रही है वो कितनी है अपने को आ वाली एनर्जी है U1 माइनस U2 इज इक्वल टू C1 C2 ब्रैकेट V1 माइनस V2 का होल स्केयर नीचे किएगा अपने को C1 2 C1 प्लस किएगा अपना C2 और 2 जड़ेगा अपना अंदर मल्टीप्लाई होना चाहिए सॉरी। क्लियर होगी जी।